ਸਤਿ ਸ਼੍ਰੀ ਅਕਾਲ ਜੀ। ਜਦੋਂ ਚੋਣਾਂ ਚੱਲ ਰਹੀਆਂ ਸੀਗੀਆਂ 17 ਦੀਆਂ ਤਾਂ ਉਹਨਾਂ ਚੋਣਾਂ ਦੇ ਵਿੱਚ ਜਿਹੜੇ ਦੋ ਸਭ ਤੋਂ ਵੱਡੇ ਮੁੱਦੇ ਸੀ, ਪਹਿਲੇ ਨੰਬਰ ਦੇ ਉੱਤੇ ਸੀ 2015 ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਵਾਪਰੀਆਂ ਘਟਨਾਵਾਂ। ਉਹਨਾਂ ਘਟਨਾਵਾਂ ਦੇ ਰੋਸ ਦੇ ਵਜੋਂ ਬੈਠੀ ਸੰਗਤ ਦੇ ਉੱਤੇ ਪੁਲਿਸ ਦਾ ਤਸ਼ੱਦਦ, ਜਿਹਦੇ ਵਿੱਚ ਪੁਲਿਸ ਦੀ ਗੋਲੀ ਦੇ ਨਾਲ 2 ਜਾਨਾਂ ਗਈਆਂ। ਉਸ ਤੋਂ ਬਾਅਦ ਪੰਜਾਬ ਦੇ ਵਿੱਚ ਸਰਕਾਰ ਬਦਲੀ। ਦੂਜਾ ਮੁੱਦਾ ਉਹਦੇ ਵਿੱਚ ਚਿੱਟੇ ਦਾ ਸੀਗਾ, ਜਿਹੜਾ ਨਸ਼ੇ ਦਾ। ਅੱਜ ਜਦੋਂ ਅਸੀਂ 2022 ਦੀਆਂ ਇਲੈਕਸ਼ਨਾਂ ਦੀ ਗੱਲ ਕਰ ਰਹੇ ਹਾਂ ਤੇ ਅਸੀਂ ਉੱਥੇ ਹੀ ਖੜੇ ਹਾਂ। ਉਹ 2 ਮੁੱਦੇ ਅੱਜ ਵੀ ਉੱਥੇ ਹੀ ਅਹਿਮ ਨੇ। ਸਿਆਸਤ ਜਿਹੜੀ ਆ ਉਹ ਪਲ ਪਲ ਬਦਲਦੀ ਰਹੀ ਪੰਜਾਬ ਦੀ। ਸਾਬਕਾ ਜਸਟਿਸ ਰਣਜੀਤ ਸਿੰਘ ਕਮਿਸ਼ਨ ਨੇ ਇੱਕ ਰਿਪੋਰਟ ਤਿਆਰ ਕੀਤੀ, ਐਸੀ ਰਿਪੋਰਟ ਤਿਆਰ ਕੀਤੀ ਕਿ ਜਿੰਨਾ ਕੁ ਪੜ੍ਹਨ ਦਾ ਮੈਨੂੰ ਮੌਕਾ ਮਿਲਦਾ, ਉਹਦੇ ਵਿੱਚ ਬਹੁਤ ਸਾਰਾ ਕੁਝ ਕ੍ਰਿਸਟਲ ਕਲੀਅਰ ਸੀਗਾ। ਮੈਂ ਜੇ ਕਹਾਂ ਬਹੁਤ ਸਾਰੀਆਂ ਚੀਜ਼ਾਂ ਉਹਨਾਂ ਨੇ ਐਨ ਕਲੀਅਰ ਕਰਕੇ ਰੱਖ ਦਿੱਤੀਆਂ। ਉਹਦੇ ਬਾਵਜੂਦ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਗੱਲ ਕਿਸੇ ਕੋਈ ਤਣ ਪੱਤਣ ਲਾਈ ਹੋਈ ਨਹੀਂ, ਉੱਥੇ ਹੀ ਖੜੀ ਹੈ। ਚਾਹੇ ਉਹ ਚਿੱਟੇ ਵਾਲੇ ਮਾਮਲੇ ਸੀ, ਚਾਹੇ ਉਹ ਬੇਅਦਬੀ ਵਾਲੇ ਮਾਮਲੇ, ਜਾਂ ਜਿਹੜਾ ਪੁਲਿਸ ਦਾ ਤਸ਼ੱਦਦ ਹੋਇਆ ਉਹ ਮਾਮਲੇ ਸੀ। ਪੁਲਿਸ ਅੱਜ ਵੀ ਇੱਕ ਕਿਸਮ ਦੇ ਨਾਲ ਅਣਪਛਾਤੀ ਹੈ, ਉੱਥੇ ਹੀ ਗੇੜੇ ਕੱਢੀ ਜਾਂਦੇ ਆ। ਉਹ ਉਹਨਾਂ ਹੀ ਅਦਾਲਤਾਂ ਦੇ ਵਿੱਚ ਕੋਈ ਇੱਧਰ ਨੂੰ ਚਲੇਗਾ, ਕੋਈ ਇੱਧਰ ਨੂੰ ਚਲੇਗਾ। ਹਾਈ ਕੋਰਟ ਨੇ ਜੈਸੀ ਬਲੈਂਕਟ ਬੇਲ ਸਮੇਤ ਸੈਣੀ ਨੂੰ ਦੇ ਦਿੱਤੀ, ਉਹਦਾ ਕੋਈ ਟਰੈਕ ਹੀ ਨਹੀਂ ਹੋਰ ਲੱਭਦਾ। ਜਿੰਨੀ ਦੇਰ ਤੱਕ ਨਵੀਂ ਸਰਕਾਰ ਨਹੀਂ ਆਉਂਦੀ ਕੋਈ ਪੁੱਛ ਨਹੀਂ ਸਕਦਾ। ਹੱਦ ਹੋ ਗਈ। ਇਸ ਕਿਸਮ ਦੇ ਨਾਲ ਇਹ ਮੁੱਦਿਆਂ ਦੇ ਉੱਤੇ ਰਾਜਨੀਤੀ ਕੀਤੀ ਗਈ। ਅੱਜ ਅਸੀਂ ਉਸ ਜਗ੍ਹਾ ਦੇ ਉੱਤੇ ਹਾਂ ਜਿਹਦਾ ਜ਼ਿਕਰ ਤੁਸੀਂ ਪਿਛਲੇ 2015 ਤੋਂ ਬਾਅਦ 21-22 ਅੱਜ ਤੱਕ ਵੀ ਬਹੁਤ ਵੱਡਾ ਸੁਣਿਆ ਹੋਊਗਾ। ਬੁਰਜ ਜਵਾਹਰ ਸਿੰਘ ਵਾਲਾ ਨੇੜੇ ਇਹਦੇ, ਜਿੱਥੇ ਗੁਰੂ ਗ੍ਰੰਥ ਸਾਹਿਬ ਦੀ ਬੀੜ ਚੋਰੀ ਹੁੰਦੀ ਹੈ। ਤੇ ਬਾਈਬਲ ਇਸ ਕਰਕੇ ਕਿ ਬਾਈਬਲ ਦੇ ਵਿੱਚ ਪੁਲਿਸ ਨੇ ਉਦੋਂ ਗੋਲੀ ਚਲਾਈ, ਔਰ ਇਸ ਗੋਲੀ ਦੇ ਵਿੱਚ 2 ਇਨੋਸੈਂਟ ਬੇਕਸੂਰ ਨਿਹੱਥੇ ਲੋਕਾਂ ਦੀ ਜਾਨ ਗਈ। ਉਹਦੇ ਵਿੱਚੋਂ ਇੱਕ ਕ੍ਰਿਸ਼ਨ ਭਗਵਾਨ ਸਿੰਘ ਪੁਰੀ ਸਨ। ਉਹਨਾਂ ਦੇ ਬੇਟੇ ਅੱਜ ਇਸ ਮੇਨ ਪ੍ਰਮੁੱਖ ਸੜਕ ਦੇ ਉੱਤੇ ਪਿਛਲੇ ਕਈ ਦਿਨਾਂ ਤੋਂ ਧਰਨਾ ਲਾ ਕੇ ਬੈਠੇ ਆ। ਉਹ ਕੋਈ ਵੋਟਾਂ ਦੇ ਵਿੱਚ ਨਹੀਂ ਖੜੇ ਹੋਏ, ਨਾ ਉਹ ਵੋਟਾਂ ਦੀ ਮੰਗ ਕਰ ਰਹੇ ਆ, ਨਾ ਇਹ ਕਹਿ ਰਹੇ ਆ ਕਿ ਕਿਹਨੂੰ ਵੋਟ ਪਾਉਣੀ ਆ ਤੇ ਕਿਹਨੂੰ ਨਹੀਂ ਪਾਉਣੀ। ਐਦਾਂ ਦੀ ਉਹ ਕੋਈ ਪੋਲੀਟੀਕਲ ਗੱਲ ਨਹੀਂ ਕਰ ਰਹੇ। ਇਨਸਾਫ ਕੀ ਮੰਗਦੇ ਆ ਵੀ ਘੱਟੋ ਘੱਟ ਇਹ ਤਾਂ ਦੱਸ ਦਿਓ ਗੋਲੀ ਚਲਾਉਣ ਵਾਲੇ ਕੌਣ ਸੀ ਤੇ ਕਸੂਰ ਕੀ ਸੀ ਜਿਨ੍ਹਾਂ ਨੂੰ ਗੋਲੀ ਵੱਜੀ। ਉਹਨਾਂ ਦੇ ਨਾਲ ਕੁਝ ਮਿੰਟ ਦੇ ਵਾਸਤੇ ਅਸੀਂ ਗੱਲਬਾਤ ਕਰਾਂਗੇ। ਬਹੁਤ ਮਿਹਰਬਾਨੀ, ਧੰਨਵਾਦ। ਜੀ ਤੁਹਾਡੇ ਨਾਲ ਗੱਲਬਾਤ ਹੋ ਰਹੀ ਹੈ। ਜੀ ਕਿੰਨੇ ਕੁ ਦਿਨ ਹੋ ਗਏ ਔਰ ਕੀ ਜ਼ਰੂਰਤ ਵੈਸੇ ਪੈ ਗਈ ਇੱਦਾਂ ਆ ਕੇ ਧਰਨੇ ਦੇ ਉੱਤੇ ਬੈਠਣ ਦੀ? ਠੰਡ ਇਸ ਵੇਲੇ ਜਿੰਨੀ ਹੈ, ਇਸ ਠੰਡ ਦੇ ਵਿੱਚ ਤੁਹਾਡੇ ਨਾਲ ਹੋਰ ਬਹੁਤ ਸਾਰੇ ਬੈਠੇ ਹੋਏ ਨੇ, ਕੀ ਜ਼ਰੂਰਤ ਪੈ ਗਈ? ਕੀ ਤੁਹਾਨੂੰ ਲੱਗਦਾ ਹੈ ਕਿ ਬੇਆਸ ਹੋ ਗਏ ਕਿ ਇਨਸਾਫ ਮਿਲਣਾ ਨਹੀਂ? ਦੇਖੋ, ਜਿਹੜੇ ਵਿਸ਼ੇ ਤੇ ਸਰਕਾਰ ਬਣੀ 2015 ਦੀ ਆਪਾਂ ਗੱਲ ਕਰੀਏ ਕਿ ਬੇਅਦਬੀ ਗੁਰੂ ਸਾਹਿਬ ਦੀ ਬੁਰਜ ਜਵਾਹਰ ਸਿੰਘ ਵਾਲਾ ਤੋਂ ਸਰੂਪ ਚੋਰੀ ਕਰ ਲਏ ਜਾਣੇ, ਅੱਜ ਤੱਕ ਉਸ ਬੇਅਦਬੀ ਨੂੰ ਇੱਕ ਰਾਜਨੀਤਿਕ ਮੁੱਦਾ ਜਾਂ ਇੱਕ ਅਖਬਾਰਾਂ ਦੀਆਂ ਸੁਰਖੀਆਂ ਵਾਲਾ ਮੁੱਦਾ ਬਣਾ ਕੇ ਨਾ ਰਾਜਨੀਤਿਕ ਰੋਕਾਂ ਰੱਖਿਆ। ਸਰਕਾਰ 17 ਦੀ ਬੇਸਡ ਸਾਰੀ ਇਸ ਤੇ ਬਣਦੀ ਆ। ਕਾਂਗਰਸ ਸੱਤਾ ਦੇ ਵਿੱਚ ਇਹ ਕਹਿ ਕੇ ਹੁੰਦੀ ਆ ਕਿ ਅਸੀਂ ਬੇਅਦਬੀ ਦਾ ਤੇ ਗੋਲੀकांड ਦਾ ਤੇ ਨਸ਼ੇ ਦਾ ਜਿਹੜਾ ਖਾਤਮਾ ਪੰਜਾਬ ਦੇ ਵਿੱਚੋਂ ਕਰਾਂਗੇ। ਸੋ ਅੱਜ 6 ਸਾਲ ਦਾ ਸਮਾਂ, 6.5 ਸਾਲ ਦਾ ਸਮਾਂ ਹੋ ਗਿਆ। ਕਾਨੂੰਨੀ ਪ੍ਰਕਿਰਿਆ ਵੀ ਦੇਖ ਲਈ, ਇਹਨਾਂ ਦੀਆਂ ਸਿੱਟਾਂ, ਜਸਟਿਸ ਤੇ ਸਰਕਾਰ ਦੇ ਲਾਰੇ ਵੀ ਦੇਖ ਲਏ। ਅੱਜ ਅਸੀਂ ਫਿਰ ਉਸੇ ਜਗ੍ਹਾ ਤੇ ਬੈਠੇ ਹਾਂ, ਉਸੇ ਜਗ੍ਹਾ ਤੇ ਹੀ ਖੜੇ ਹਾਂ ਜਿੱਥੇ 2015 ਦਾ ਗੋਲੀकांड ਹੋਇਆ ਸੀ। ਨਾ ਦੋਸ਼ੀਆਂ ਤੇ ਕਾਰਵਾਈ ਹੋਈ ਆ, ਉਹ ਚਾਹੇ ਬੇਅਦਬੀ ਵਾਲੇ ਆ, ਨਾ ਪੁਲਿਸ ਵਾਲਿਆਂ ਤੇ ਕਾਰਵਾਈ ਹੋਈ ਹੈ ਜਿਹੜੇ ਗੋਲੀकांड ਕਰਨ ਵਾਲੇ ਆ। ਸੋ ਉਹ ਸਿਸਟਮ ਦੇ ਮੂੰਹ ਤੇ ਚਪੇੜ ਮਾਰਨ ਲਈ ਸਾਨੂੰ ਸੜਕ ਤੇ ਫਿਰ ਬੈਠਣਾ ਪਿਆ ਕਿ ਜਿਹੜੇ ਨੂੰ ਤੁਸੀਂ ਕਹਿੰਦੇ ਹੋ ਕਾਨੂੰਨ ਦੇ ਹੱਥ ਲੰਬੇ ਆ, ਕਾਨੂੰਨ ਦੀ ਪ੍ਰਕਿਰਿਆ ਦੇ ਵਿੱਚ ਦੋਸ਼ੀ ਬਚਦੇ ਨਹੀਂ ਆ। ਉਹ 6 ਸਾਲ ਹੋ ਗਏ ਆ ਜਿਹੜੇ ਤੁਸੀਂ 6 ਮਹੀਨਿਆਂ 'ਚ ਫੜਨ ਦੀ ਗੱਲ ਕੀਤੀ ਸੀ। ਸੁਖਰਾਜ ਸਿੰਘ, ਤੁਹਾਡੇ ਇੱਥੋਂ ਆਪਾਂ ਥੋੜ੍ਹਾ ਜਿਹਾ ਜਾਈਏ ਬਠਿੰਡੇ ਵਾਲੀ ਸਾਈਡ ਨੂੰ, ਤੇ ਨਾਲ ਹੀ ਪਹਿਲਾ ਅੱਡਾ ਜਿਹੜਾ ਆ ਜਾਂਦਾ ਉਹ ਬਰਗਾੜੀ ਦਾ ਆ ਜਾਂਦਾ। ਬਰਗਾੜੀ ਉਹ ਮੈਂ ਉਹ ਜਗ੍ਹਾ ਦੇਖ ਰਿਹਾ ਸੀ ਜਿੱਥੇ ਉਹ ਮੋਰਚਾ ਲੱਗਿਆ, ਉਹ ਸਾਰੀ ਕਵਰ ਹੀ ਕਰ ਦਿੱਤੀ, ਉੱਥੇ ਬਿਲਡਿੰਗਾਂ ਤੱਕ ਬਣਾਤੀਆਂ ਤਾਂ ਕਿ ਲੋਕਾਂ ਨੂੰ ਭੁੱਲ ਭੁਲਾ ਜਾਵੇ ਵੀ ਇੱਥੇ ਕੋਈ ਮੋਰਚਾ ਲੱਗਿਆ ਸੀ। ਬਰਗਾੜੀ ਦੇ ਵਿੱਚ ਤੁਹਾਨੂੰ ਲੱਗਦਾ ਹੈ ਕਿ ਕੋਈ ਮਿਸਟੇਕਸ ਹੋਈਆਂ, ਕੋਈ ਗਲਤੀਆਂ ਹੋਈਆਂ, ਉਹ ਬਿਨਾਂ ਸੰਗਤ ਤੋਂ ਪੁੱਛਿਆ ਜਿਨ੍ਹਾਂ ਨੇ ਐਡਾ ਦਿੱਤਾ, ਉਹਦੀ ਵਜ੍ਹਾ ਕਰਕੇ ਅੱਜ ਤੁਹਾਨੂੰ ਬੈਠਣਾ ਪੈ ਰਿਹਾ? ਉੱਥੇ ਮੋਰਚੇ ਦੀ ਡਿਕਟੇਟਰਸ਼ਿਪ ਦੀ ਗਲਤੀ ਰਹੀ ਹੈ। ਧਿਆਨ ਸਿੰਘ ਮੰਡ ਹੋਣਾ ਦੀ ਬਹੁਤ ਵੱਡੀ ਗਲਤੀ ਰਹੀ ਆ ਕਿ ਲੋਕਾਂ ਨੂੰ ਬਹਿਕਾਵੇ 'ਚ ਲੈ ਕੇ, ਲੋਕਾਂ ਦੇ ਨਾਲ ਸਲਾਹ ਮਸ਼ਵਰਾ ਕਰਕੇ ਜਿਹੜਾ ਮੋਰਚਾ ਉੱਥੋਂ ਨਹੀਂ ਚੱਕਿਆ ਗਿਆ।
ਜਿਹਦਾ ਨਤੀਜਾ ਅੱਜ ਸਾਨੂੰ ਫਿਰ ਭੁਗਤਣਾ ਪੈ ਰਿਹਾ। ਇੱਕ ਦਬਾਅ ਬਣ ਕੇ ਜੇ ਸੈੱਟ ਬਣ ਸਕਦੀ ਆ, ਕਾਰਵਾਈ ਤੇਜ਼ ਹੋ ਸਕਦੀ ਸੀ, ਤਾਂ ਜੇ ਆਪਾਂ ਉੱਥੇ 5 ਮਹੀਨੇ ਬੈਠ ਕੇ ਸੈੱਟ ਬਣਾ ਸਕਦੇ ਹਾਂ ਤਾਂ ਉਹਦੇ ਰਿਜ਼ਲਟ ਲੈਣ ਲਈ ਵੀ ਜਿਹੜਾ 5 ਮਹੀਨੇ ਦਾ ਟਾਈਮ ਬਾਉਂਡ ਆਪਾਂ ਕਰ ਸਕਦੇ ਸੀ, ਮਤਲਬ ਉੱਥੇ ਬੈਠ ਸਕਦੇ ਸੀ। ਸੰਗਤ ਨੂੰ ਬਹਿਕਾਵੇ ਚ ਲਿਆ ਜਾਂਦਾ, ਉੱਥੇ ਮੋਰਚਾ ਚੱਲਦਾ ਰੱਖਿਆ ਜਾਂਦਾ ਜਿੰਨਾ ਟਾਈਮ ਉਹ ਹੱਲ ਨਹੀਂ ਕਰਦੇ, ਕਿਉਂਕਿ 6 ਮਹੀਨੇ ਕਹਿ ਕੇ ਆਏ ਸੀ, ਸਾਲ ਉਹਨਾਂ ਨੂੰ ਚੱਲ ਗਿਆ ਸੀ, ਸਾਲ ਬਾਅਦ ਹੀ ਮੋਰਚਾ ਲੱਗਦਾ ਨਾ, 6 ਮਹੀਨੇ ਟੱਪਣ ਤੋਂ ਬਾਅਦ ਹੀ ਮੋਰਚਾ ਲੱਗਦਾ। ਜੇ 6 ਮਹੀਨਿਆਂ 'ਚ ਅਸੀਂ ਉਹਦੀ ਜਾਂਚ ਵਾਲੇ ਪਾਸੇ ਨੂੰ ਵਧਾ ਸਕਦੇ ਹਾਂ ਸਰਕਾਰ ਨੂੰ, ਤਾਂ 5-4 ਮਹੀਨੇ ਬਹਿ ਕੇ ਹੋਰ ਆਪਾਂ ਕਿਉਂ ਨਹੀਂ ਸਜ਼ਾਵਾਂ ਦਵਾ ਸਕਦੇ। ਸੋ ਇਸ ਗੱਲ ਕਰਕੇ ਸਾਨੂੰ ਉੱਥੇ ਬੈਠਣ ਦੀ ਲੋੜ ਸੀ, ਸੰਗਤ ਦੇ ਇਕੱਠ ਦੀ, ਸੰਗਤ ਦੇ ਏਕੇ ਦੀ ਲੋੜ ਸੀ, ਜਿਹੜੀ ਮੰਡ ਸਾਹਿਬ ਨੇ ਨਹੀਂ ਅਪਣਾਈ। ਜਿਹੜਾ ਮੰਡ ਸਾਹਿਬ ਨੇ ਆਪਦਾ ਫੈਸਲਾ ਆਪੇ ਕੀਤਾ ਤੇ ਉਹ ਉੱਥੋਂ ਉੱਠੇ ਆ, ਤਾਂ ਉਹਦਾ ਨਤੀਜਾ ਸਾਨੂੰ ਅੱਜ ਭੁਗਤਣਾ ਪੈ ਰਿਹਾ। 18 ਤੋਂ ਲੈ ਕੇ 21 ਤੱਕ 22 ਤੱਕ ਦਾ ਸਮਾਂ ਜਿਹੜਾ ਹੁਣ 3.5 ਸਾਲ ਦਾ ਸਮਾਂ ਹੋ ਚੱਲਿਆ, ਤਾਂ ਉਹ ਵੀ ਸਾਨੂੰ ਦਰ ਉਹੀ ਠੋਕਰਾਂ, ਅਦਾਲਤਾਂ ਦੇ ਕੁੰਡੇ ਖੜਕਾਉਣੇ, ਇੱਥੋਂ ਅਰਜੀ ਕੈਂਸਲ ਹੁੰਦੀ ਆ, ਹਾਈ ਕੋਰਟ ਲੱਗਦੀ ਆ, ਹਾਈ ਕੋਰਟੋਂ ਖਾਰਜ। ਸੋ ਉਹ ਭੰਬਲ ਭੂਸੇ 'ਚ ਪਾ ਕੇ ਜਿਹੜੇ 6 ਸਾਲ ਸਾਡੇ ਟੱਪੇ ਆ, ਤੇ ਉਹੀ ਸਰਕਾਰਾਂ ਨੇ ਕੇਸ ਲਮਕਾਇਆ ਜੇ ਸਾਡਾ ਏਕਾ, ਸਾਡਾ ਦਬਾਅ ਉੱਥੇ ਕੰਮ ਨਹੀਂ ਕੀਤਾ। ਮੈਂ ਇੱਕ ਤਾਂ ਚਲੋ ਉਹ ਕੀ ਬਣਦਾ ਇਹ ਨਹੀਂ ਪਤਾ, ਪਰ ਮੈਂ ਤੁਹਾਡੀ ਦ੍ਰਿੜਤਾ ਦੀ ਦਾਦ ਜ਼ਰੂਰ ਦਿੰਦਾ ਕਿ ਕਦੀ ਕਿੱਥੋਂ ਤੁਸੀਂ ਚੱਲਦੇ ਹੋ ਚੰਡੀਗੜ੍ਹ ਤੱਕ, ਫਿਰ ਫਰੀਦਕੋਟ ਦੀਆਂ ਜਿਹੜੀਆਂ ਅਦਾਲਤਾਂ, ਇਹਨਾਂ ਗੇੜਿਆਂ ਦੇ ਦੌਰਾਨ ਜਦੋਂ ਇਹ ਪੁਲਿਸ ਵਾਲੇ ਆਉਂਦੇ ਆ ਜਿਨ੍ਹਾਂ ਦੇ ਵਿੱਚ ਸੀਨੀਅਰ ਆਫੀਸਰਸ ਵੀ ਨੇ, ਕਦੀ ਕੋਈ ਲੱਗਿਆ ਕਿ ਉਹ ਕੋਈ ਥ੍ਰੈਟ ਕਰਨ ਦੀ ਕੋਸ਼ਿਸ਼ ਕਰ ਰਹੇ ਨੇ, ਕੋਈ ਡਰ ਹੈ, ਕੋਈ ਕਿਸੇ ਥ੍ਰੈਟ ਤਾਂ ਇੱਕ ਕੁਦਰਤੀ ਤੌਰ ਤੇ ਬਾਈ ਜੀ ਇਹੀ ਹੋ ਜਾਂਦਾ ਹੈ, ਜਿਹੜੇ ਬੰਦੇ ਗੋਲੀ ਚਲਾ ਕੇ, ਬੰਦੇ ਸਾਡੇ ਮਾਰ ਕੇ ਸ਼ਰੇਆਮ ਸਿਕਿਉਰਿਟੀ ਦੇ ਵਿੱਚ ਫਿਰਦੇ ਹੋਣ, ਤੇ ਸੁਖਰਾਜ ਸਿੰਘ ਉੱਥੇ ਆਪਣੇ ਵਕੀਲ ਨਾਲ ਕੋਰਟ ਦੇ ਵਿੱਚ ਜਾਣ ਦੀ ਹਿੰਮਤ ਵੀ ਨਹੀਂ ਰੱਖਦਾ ਹੋਵੇ, ਤੇ ਉਹ ਉੱਥੇ ਆਪਣੀਆਂ Z+ ਸਿਕਿਉਰਿਟੀਆਂ ਦੇ ਵਿੱਚ ਹੋਣ, ਤਾਂ ਫਿੱਟੇ ਮੂੰਹ ਸਾਡੇ ਸਿਸਟਮ ਦੇ ਦੋਸ਼ੀ ਵੀ ਹੋਣ ਤੇ Z+ ਸਿਕਿਉਰਿਟੀਆਂ ਵੀ ਹੋਣ, ਗੋਲੀਆਂ ਵੀ ਚਲਾਈਆਂ ਹੋਣ ਤੇ ਸੁਰੱਖਿਆ ਵੀ ਹੋਵੇ ਉਹਨਾਂ ਨੂੰ, ਜਿਨ੍ਹਾਂ ਦੇ ਮਰੇ ਹੋਣ ਉਹਨਾਂ ਨੂੰ ਅੰਦਰ ਤੱਕ ਨਾ ਜਾਣ ਦਿੱਤਾ ਜਾਂਦਾ ਹੋਵੇ। ਸੋ ਇਹ ਚੀਜ਼ ਇਹ ਸਿਸਟਮ ਦੇ ਮੂੰਹ ਤੇ ਚਪੇੜ ਆ। ਮੈਂ ਕਹਿੰਦਾ ਵੀ ਸਾਨੂੰ ਅੱਜ ਇੱਥੇ ਮਜਬੂਰਨ ਬੈਠਣਾ ਵੀ ਉਸ ਸਿਸਟਮ ਦੇ ਅੰਦਰੋਂ ਪਿਆ ਕਿ ਜਿਨ੍ਹਾਂ ਨੇ ਸਾਨੂੰ ਨਿਆਂ ਨਹੀਂ ਦਿੱਤਾ, ਕਿਉਂਕਿ ਅਸੀਂ ਦੇਖਿਆ ਸੀ ਕਾਨੂੰਨ ਦੇ ਹੱਥ ਲੰਬੇ ਆ, ਕਹਿੰਦੇ ਸੀ, ਸੁਣਿਆ ਸੀ, ਅਸੀਂ ਉਹ ਹੱਥ ਅਪਣਾ ਕੇ ਵੀ ਦੇਖੇ, ਉਸ ਰਾਹ ਤੇ ਚੱਲ ਕੇ ਵੀ ਦੇਖਿਆ, ਪਰ ਸਾਨੂੰ ਮਿਲਿਆ ਕੁਛ ਨਹੀਂ। ਸੁਖਰਾਜ ਸਿੰਘ, ਜਦੋਂ ਪਿਛਲੇ 5 ਸਾਲਾਂ ਦੇ ਦੌਰਾਨ ਬਾਰ-ਬਾਰ, ਕਿਉਂਕਿ ਕੋਈ ਇਸ ਤਰ੍ਹਾਂ ਦਾ ਹਫਤਾ ਨਹੀਂ ਗਿਆ, ਕੋਈ ਇਸ ਤਰ੍ਹਾਂ ਦਾ ਮਹੀਨਾ ਨਹੀਂ ਗਿਆ ਜਿਹਦੇ ਵਿੱਚ ਮੈਂ ਇਹਨਾਂ ਚੀਜ਼ਾਂ ਦਾ ਜ਼ਿਕਰ ਨਹੀਂ ਕੀਤਾ। ਹੁਣ ਕਈ ਵਾਰੀ ਜੇ ਕੋਈ ਪੁੱਛਦਾ ਤਾਂ ਮੈਂ ਇਹ ਕਹਿ ਦਿੰਦਾ ਕਿ ਹੁਣ ਆਸ ਜਿਹੜੀ ਬਹੁਤ ਮੱਧਮ ਪੈ ਗਈ ਆ, ਕਿਉਂਕਿ ਇਹਦੇ ਦੌਰਾਨ ਬਹੁਤ ਸਾਰੇ ਗਵਾਹ ਜਿਹੜੇ ਉਹ ਭੁੱਲ ਭੁਲਾ ਗਏ ਜਾਂ ਆਸੇ-ਪਾਸੇ ਕਰ ਦਿੱਤੇ ਗਏ। ਜੋ ਕੁਝ ਵੀ ਤੁਸੀਂ ਭੁਗਤਿਆ, ਤੁਹਾਨੂੰ ਇਹ ਲੱਗਦਾ ਹੈ ਕਿ ਅਜੇ ਕੋਈ ਆਸ ਹੈਗੀ ਆ? ਔਰ ਜਿਹੜੀਆਂ ਪੋਲੀਟੀਕਲ ਪਾਰਟੀਆਂ ਤੋਂ ਕੋਈ ਆਸ ਹੈ? ਤੁਸੀਂ ਕਿਸ ਆਸ ਦੇ ਵਿੱਚ ਦੁਬਾਰਾ ਬੈਠੇ ਹੋ? ਅਸੀਂ ਲੋਕਾਂ ਦੇ ਏਕੇ ਦੀ ਆਸ 'ਚੋਂ ਬੈਠੇ ਹਾਂ। ਜੇ ਸਾਡੇ ਲੋਕ ਇਕੱਠੇ ਹੋਣਗੇ, ਸਾਡਾ ਏਕਾ, ਘੱਟੋ ਘੱਟ ਮੈਂ ਲੋਕਾਂ ਨੂੰ ਇਹ ਅਪੀਲ ਕਰਦਾ ਕਿ ਗੁਰੂ ਸਾਹਿਬ ਦੀ ਬੇਅਦਬੀ ਦੇ ਨਾਂ ਤੇ ਅਸੀਂ ਏਕਾ ਕਰ ਲਈਏ। ਸਾਡਾ ਇਸ ਬੇਅਦਬੀ ਦੇ ਨਾਂ ਤੇ, ਇਸ ਦੁਖਾਂਤ ਦੇ ਨਾਂ ਤੇ ਏਕਾ ਹੋ ਜੇ ਨਾ, ਤਾਂ ਮੈਂ ਸਮਝਦਾ ਪੰਜਾਬ ਦੇ ਵਿੱਚੋਂ ਬੇਅਦਬੀ ਵੀ ਰੁਕ ਜੂ। ਪੰਜਾਬ ਦੇ ਵਿੱਚੋਂ ਜਿਹੜੇ ਨਿੱਕੇ ਮੋਟੇ ਕਾਂਡ ਹੁੰਦੇ ਆ, ਪੁਲਿਸ ਵਾਲੇ ਚਾਰਾਂ ਨੂੰ ਕੁੱਟ ਦਿੰਦੇ ਆ, ਮੁੜ ਕੇ ਫਿਰ ਉਹ 6-6 ਸਾਲ, ਜੇ ਆਪਾਂ ਬੰਦੀ ਸਿੰਘਾਂ ਦੀ ਗੱਲ ਕਰਦੇ ਆ, 25-25 ਸਾਲ ਤੋਂ ਜਿਹਨਾਂ ਆਪਾਂ ਛਡਾਉਣ ਦੀ ਗੱਲ ਕਰਦੇ ਆ, ਤੇ ਨਵੇਂ ਵੀ ਬੰਦੀ ਬਣਾਏ ਜਾ ਰਹੇ ਆ। ਸਾਨੂੰ ਉਧਰ ਵੀ ਧਿਆਨ ਦੇਣਾ ਪਊਗਾ। ਨਵੇਂ ਮੁੰਡੇ, ਚਾਹੇ ਨਕੋਦਰ ਵਾਲਾ ਸੀ ਕਾਂਡ ਹੋਇਆ, ਅੱਜ ਤੱਕ ਨਹੀਂ ਸਾਨੂੰ ਇਨਸਾਫ ਮਿਲਿਆ। ਬੇਅਦਬੀ ਦੇ ਵਿੱਚ ਜਿਹੜੇ ਉਦੋਂ 4 ਮੁੰਡੇ ਜਿਹੜੇ ਮਾਰੇ ਗਏ, ਉਹਨਾਂ ਦਾ ਇਨਸਾਫ ਨਹੀਂ ਮਿਲਿਆ। ਨਵਾਂ ਕਿਸਾਨੀ ਅੰਦੋਲਨ ਜਦੋਂ ਚੱਲਿਆ, ਉਹਦੇ ਵਿੱਚੋਂ ਜਗਮੀਤ ਸਿੰਘ ਹੋ ਗਿਆ, ਜਾਂ ਹੋਰ ਜਿਹੜੇ ਮਤਲਬ ਕਿਤਾਬਾਂ ਰੱਖਣ ਦੇ ਕੇਸ ਦੇ ਵਿੱਚ ਅੰਦਰ ਬੰਦ ਆ, ਉਹ ਇਹੋ ਜਿਹੇ ਨਵੇਂ ਬੰਦੀ ਬਣਾਏ ਜਾਂਦੇ ਆ। ਜੇ ਸਾਨੂੰ 25 ਸਾਲ ਬਾਅਦ, 30 ਸਾਲ ਬਾਅਦ ਸਾਡੇ ਨੌਜਵਾਨ ਫੜ ਕੇ ਬਜ਼ੁਰਗ ਕਰਕੇ ਬਾਹਰ ਲਿਆ ਕੇ ਦੇ ਰਹੇ ਆ, ਤਾਂ ਸਾਡੇ ਅੱਜ 20 ਅੰਦਰ ਜੇਲ੍ਹਾਂ 'ਚ ਬੰਦ ਕੀਤੇ ਜਾ ਰਹੇ ਆ। ਉਹ ਕਿਉਂ? ਕਿਉਂਕਿ ਸਾਡੇ 'ਚ ਯੂਨਿਟੀ ਨਹੀਂ ਹੈ, ਸਾਡਾ ਏਕਾ ਨਹੀਂ ਹੈ। ਅਸੀਂ ਆਪਣੇ ਜਦੋਂ ਕੁਝ ਹੁੰਦਾ ਉਦੋਂ ਜ਼ਰੂਰ ਖੜਦੇ ਆ, ਪਰ ਅਸੀਂ ਏਕੇ 'ਚ ਨਹੀਂ ਉੜਦੇ। ਜਦੋਂ ਸਾਂਝੀਵਾਲਤਾ ਕਿਤੇ ਹੁੰਦੀ ਆ, ਬੇਅਦਬੀ ਸੀ, ਸਾਡਾ ਏਕਾ ਹੋਵੇ। ਜਿਹੜਾ ਦਰਬਾਰ ਸਾਹਿਬ 'ਚ ਅੱਜ ਕੰਮ ਹੋਇਆ ਬੇਅਦਬੀ ਕਰਨ ਆਏ ਦਾ, ਜੇ ਉਹ 2015 ਦੇ ਵਿੱਚ ਕੀਤਾ ਹੁੰਦਾ, ਈਵਨ ਕਿ ਉੱਥੇ ਆਪ ਹੀ ਕੋਈ ਸਜ਼ਾ ਕੱਟਦਾ ਹੁੰਦਾ ਆਪਣੇ 'ਚੋਂ, ਤਾਂ ਮੈਂ ਸਮਝਦਾ ਉਹ ਚੰਗਾ ਸੀ, ਉਦੋਂ ਵੱਧ ਹੋਣਾ ਨਹੀਂ ਸੀ। ਨਹੀਂ, 450 ਤੋਂ ਵੱਧ ਵਾਰ ਬੇਅਦਬੀ ਪੰਜਾਬ ਦੇ ਵਿੱਚ ਹੋ ਗਈ, ਗੁਰੂ ਘਰਾਂ ਦੇ ਵਿੱਚ ਅੱਗਾਂ ਲੱਗ ਗਈਆਂ, ਤੇ ਉਹ ਡਿਸਪਲਿਨ ਦੇ ਵਿੱਚ ਰਹਿਣ ਵਾਲਾ ਬੰਦਾ, ਕੈਪਟਨ, ਜਿਹੜਾ ਸਹੁੰ ਖਾ ਕੇ ਗਿਆ ਸੀ ਗੁਟਕਾ ਸਾਹਿਬ ਦੀ, ਜਿਹੜਾ ਕਹਿੰਦਾ ਸੀ ਮੈਂ ਬੇਅਦਬੀ ਹੋਣ ਨਹੀਂ ਦੇਣੀ, ਮੈਂ ਬੇਅਦਬੀ ਰੋਕ ਦੂੰਗਾ, ਬੇਅਦਬੀ ਦੇ ਦੋਸ਼ੀਆਂ ਨੂੰ ਸਖਤ ਸਜ਼ਾਵਾਂ ਦੇਊਗਾ, ਤੇ ਅੱਜ ਉਹ ਵੀ ਦਰ ਭਟਕਦਾ ਫਿਰਦਾ, ਕਿਉਂਕਿ ਉਹਨੇ ਗੁਰੂ ਸਾਹਿਬ ਦੇ ਨਾਂ ਤੇ ਸਿਆਸਤ ਕੀਤੀ ਹੈ। ਪ੍ਰਕਾਸ਼ ਸਿੰਘ, ਤੁਸੀਂ ਗੱਲ ਕਰ ਰਹੇ ਹੋ ਏਕੇ ਦੀ, ਤੁਹਾਡੀ ਗੱਲ ਠੀਕ ਹੈ। ਤੁਹਾਨੂੰ ਲੱਗਦਾ ਹੈ ਕਿ ਏਕਾ ਹੋਊਗਾ ਜਿਹੜੇ ਜਦੋਂ ਦੀ ਆਹ ਭਰਤੀ ਖੁੱਲੀ ਆ ਉਮੀਦਵਾਰਾਂ ਦੀ,
ਭਰਤੀ ਹੀ ਖੁੱਲੀ ਹੈ ਨਾ। ਅਸੀਂ ਉਹਨਾਂ ਜਿਹੜੀਆਂ ਐਪਲੀਕੇਸ਼ਨ ਜਿਸ ਤਰੀਕੇ ਦੀਆਂ ਉੱਥੇ ਜਾ ਰਹੀਆਂ ਨੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ, ਤੁਹਾਨੂੰ ਲੱਗਦਾ ਕਿ ਕੋਈ ਇਸ ਤਰ੍ਹਾਂ ਦਾ ਏਕਾ ਹੋ ਜਾਊਗਾ? ਔਰ ਅਸੀਂ ਇਹਨਾਂ ਚੀਜ਼ਾਂ ਦੇ ਏਕੇ ਦੀ ਗੱਲ ਹੀ ਨਹੀਂ ਕਰਦੇ ਬਾਈ ਜੀ। ਜਿਹੜੇ ਰਾਜਨੀਤਿਕ ਲੋਕ ਆ, ਜਿਹੜੇ ਆਪਣੀ ਕੁਰਸੀ ਦੇ ਲਈ ਉਹ ਮਤਲਬ ਉਨੀ ਛੇਤੀ ਬੰਦਾ ਕੱਪੜੇ ਨਹੀਂ ਬਦਲਦਾ ਜਿੰਨੀ ਛੇਤੀ ਉਹ ਪਾਰਟੀ ਬਦਲ ਕੇ ਜਾ ਵੜਦੇ ਆ। ਕੱਲ ਪਰਸੋਂ ਦਾ ਤਾਂ ਇੱਕ ਟਰੋਲ ਵੀ ਵਧੀਆ ਚੱਲੀ ਜਾਂਦਾ ਵੀ ਜਿਹੜਾ ਘਰ ਵਾਲਾ ਜਿਹਦੇ ਘਰੇ ਨਹੀਂ ਲੱਭਿਆ ਉਹਨੂੰ ਜਾ ਕੇ ਬੀਜੇਪੀ ਦੇ ਦਫ਼ਤਰ 'ਚ ਦੇਖ ਲਓ, ਉੱਥੇ ਬੈਠਣਾ ਹੋਵੇ ਕਿਤੇ ਫੋਨ ਕਰਕੇ। ਸੋ ਇਹ ਗੱਲਾਂ ਸੱਚ ਆ ਬਾਈ ਜੀ, ਉਹਨਾਂ ਕਰਕੇ ਹੀ ਸਾਡਾ ਏਕਾ ਨਹੀਂ ਹੋ ਰਿਹਾ। ਸੁਖਰਾਜ ਸਿੰਘ ਚਾਹੇ ਪੰਥਕ ਹੋਣ, ਜਦੋਂ ਹੁਣ ਇਹ ਆ ਕੇ ਖੜੇ ਹੋ ਜਾਣੇ ਆ ਲੋਕ, ਇਹੀ ਲੋਕ ਝੰਡੇ ਡੰਡੇ ਫੜ ਕੇ ਉਹਨਾਂ ਦੇ ਜਿੰਦਾਬਾਦ ਮੁਰਦਾਬਾਦ ਜਿਨ੍ਹਾਂ ਨੇ ਕਰਨ ਜਾਣਾ, ਉਹ ਜਿਨ੍ਹਾਂ ਲੋਕਾਂ ਦੀ ਤੁਸੀਂ ਏਕੇ ਦੀ ਗੱਲ ਕਰਦੇ ਹੋ, ਦੇਖਿਆ ਜਾਵੇ ਜਿਹੜਾ ਇਨਸਾਫ ਦੀ ਗੱਲ ਠੀਕ ਹੈ, ਤੁਹਾਡੇ ਫਾਦਰ ਸਾਹਿਬ ਤੁਹਾਡੇ ਪਰਿਵਾਰ ਨੇ ਭੁਗਤਿਆ, ਇੱਕ ਮਿੰਟ ਮੇਰੀ ਗੱਲ ਸੁਣ, ਤੁਹਾਡੇ ਪਰਿਵਾਰ ਨੇ ਭੁਗਤਿਆ, ਤੁਹਾਡੇ ਤੋਂ ਵੱਧ ਦਰਦ ਨਹੀਂ ਕੋਈ ਵੀ ਜਾਣਦਾ, ਪਰ ਉਹਦੇ ਤੋਂ ਉੱਪਰਲਾ ਇੱਕ ਦਰਦ ਹੈ, ਉਹ ਜਿਹੜਾ ਤੁਹਾਡੇ ਫਾਦਰ ਸੀ, ਇੱਕ ਜਿਹੜਾ ਸਾਡੇ ਜਿਹੜਾ ਸਿੱਖ ਭਾਈਚਾਰਾ ਉਹਦਾ ਫਾਦਰ ਹੈ, ਜਿਹੜਾ ਸਾਡੇ ਸਾਰੇ ਸਿੱਖਾਂ ਦੇ ਫਾਦਰ ਸੀ। ਤੇ ਇਹ ਜਿਹੜੀ ਗਿਣਤੀ ਹੈ ਤਾਂ ਬਹੁਤ ਥੋੜੀ ਹੈ। ਜਿੰਨੇ ਬਰਗਾੜੀ, ਇਟ ਮੀਨਸ ਕਿ ਜਦੋਂ ਬਰਗਾੜੀ ਵਾਲਾ ਜਿਹੜਾ ਸੀਗਾ ਉਹ ਚੁੱਕ ਦਿੱਤਾ ਤੇ ਲੋਕਾਂ ਨੂੰ ਕਿਤੇ ਨਾ ਕਿਤੇ ਇਹ ਤਾਂ ਨਹੀਂ ਲੱਗਣ ਲੱਗਿਆ ਕਿ ਨਹੀਂ ਠੇਸ ਪਹੁੰਚੀ ਆ। ਇਹ ਦੋ ਰਾਹਾਂ ਕੋਈ ਨਹੀਂ ਆ, ਲੋਕਾਂ ਦੇ ਮਨਾਂ ਦੇ ਵਿੱਚ ਸੱਟ ਪਹੁੰਚੀ ਆ ਕਿ ਸਾਡੇ ਉਦੋਂ ਜੇ ਬਰਗਾੜੀ ਵਾਲਾ ਨਾਂ ਇਦਾਂ ਚੱਕਦੇ ਤਾਂ ਅੱਜ ਨੂੰ ਹੋ ਸਕਦਾ ਇੱਥੇ ਬੈਠਣ ਦੀ ਲੋੜ ਹੀ ਨਹੀਂ ਪੈਣੀ ਸੀ। ਮੈਂ ਪਹਿਲਾਂ ਕਹਿ ਚੁੱਕਿਆ। ਏਕਾ ਸਾਡਾ ਕੰਮ ਕਿਵੇਂ ਆਊਗਾ? ਸਾਡੇ ਕੋਲੇ ਫੋਰ ਐਗਜ਼ਾਮਪਲ ਦਿੱਲੀ ਦਾ ਜਿਹੜਾ ਧਰਨਾ ਪਿਆ, ਦਿੱਲੀ ਪੰਜਾਬ ਦੇ ਲੋਕਾਂ ਦੇ ਲਈ ਜਿਹੜੇ ਕਾਨੂੰਨ ਆਏ ਸੀ ਕਾਲੇ, ਉੱਥੇ ਪੰਜਾਬ ਦੇ ਲੋਕਾਂ ਦੇ ਨਹੀਂ, ਦੇਸ਼ ਦੇ ਲੋਕਾਂ ਦੇ ਏਕੇ ਨੇ ਗੱਲ ਕੀਤੀ ਹੈ, ਕਿਉਂਕਿ ਜ਼ਮੀਨਾਂ ਦਾ ਮਸਲਾ ਸੀ। ਇੱਥੇ ਸਾਡੇ ਗੁਰੂ ਦਾ ਮਸਲਾ, ਧਰਮ ਦਾ ਮਸਲਾ ਹੈ। ਜ਼ਰੂਰੀ ਨਹੀਂ ਆ ਇਕੱਲੇ ਸਿੱਖ ਧਰਮ ਦੀ ਬੇਅਦਬੀ ਹੁੰਦੀ ਅਸੀਂ ਏਕਾ ਰੱਖਣਾ, ਹਿੰਦੂ ਵੀ ਸਾਡੇ ਲਈ ਉਹਨਾਂ, ਹਿੰਦੂ ਧਰਮ ਦੀ ਬੇਅਦਬੀ ਵੀ ਆ। ਜੇ ਕੁਰਾਨ ਸ਼ਰੀਫ ਨੂੰ ਕੁਛ ਹੁੰਦਾ ਤਾਂ ਵੀ ਅਸੀਂ ਭਗਤਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਿਲਕੁਲ ਸਾਰਿਆਂ ਦੀ ਬਾਣੀ ਹੈ। ਤੇ ਸਾਨੂੰ ਏਕਾ, ਵੱਖਰੀ ਗੱਲ ਆ ਪਾਰਟੀਆਂ ਦੇ ਝੰਡੇ ਚੱਕਦੇ ਚੱਕੀ ਫਿਰੋ, ਮੈਂ ਇਹ ਨਹੀਂ ਕਹਿੰਦਾ ਵੀ ਨਾ ਚੱਕਣ ਜਾਂ ਨਾ ਜਾਣ ਪਾਰਟੀਆਂ, ਉਹ ਕੁਛ ਕੁ ਮਕਸਦ ਹੁੰਦਾ, ਸਵਾਰਥ ਹੁੰਦਾ, ਪਰ ਅਸੀਂ ਇੰਨੇ ਕੀ ਸਵਾਰਥੀ ਨਾ ਹੋ ਗਏ ਕਿ ਸਾਡੇ ਗੁਰੂ ਤੇ ਸਾਡੇ ਗੁਰੂ ਘਰਾਂ 'ਚ ਅੱਗਾ ਲੱਗ ਜਾਣ, ਸਾਡੇ ਮੰਦਿਰ ਢਾਏ ਜਾਣ, ਸਾਡੀਆਂ ਮਸਜਿਦਾਂ ਢਾਈਆਂ ਜਾਣ ਤੇ ਅਸੀਂ ਵੇਖਦੇ ਰਹਿਗੇ। ਸਾਡਾ ਉਹਦੇ ਲਈ ਏਕਾ, ਜੇ ਮੰਦਿਰ ਢਾਇਆ ਜਾਂਦਾ ਸਿੱਖ ਨੂੰ ਵੀ ਮੂਹਰੇ ਹੋ ਕੇ ਵਿਰੋਧ ਕਰਨਾ ਚਾਹੀਦਾ ਵੀ ਮੰਦਿਰ ਕਿਉਂ ਢਾਇਆ ਗਿਆ, ਤੇ ਜੇ ਗੁਰੂ ਸਾਹਿਬ ਦੀ ਬੇਅਦਬੀ ਹੁੰਦੀ ਹੈ ਤਾਂ ਹਿੰਦੂ ਦਾ ਵੀ ਫਰਜ਼ ਬਣਦਾ ਉੱਥੇ ਵੀ ਬੇਅਦਬੀ ਕਿਉਂ ਹੋਈ ਹੈ, ਸਾਨੂੰ ਏਕਾ ਰੱਖਣਾ ਪਊਗਾ। ਤੁਹਾਡੇ ਕੋਲੇ ਕੋਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ, ਅਕਾਲ ਤਖਤ ਦੇ ਜਥੇਦਾਰ ਦੇ ਵੱਲੋਂ ਉਹਨਾਂ ਦਾ ਕੋਈ ਸੁਨੇਹਾ ਆਇਆ ਹੋਵੇ? ਉਹ ਆਪ ਆਏ ਸੀ, ਪ੍ਰਧਾਨ ਆਏ ਸੀ ਆਪ ਜੀ। ਅਸੀਂ ਉਹਨਾਂ ਨੂੰ ਆਪਦੇ ਸਵਾਲ ਰੱਖੇ ਆ ਵੀ 2015 ਚ ਜੋ ਹੋਇਆ ਸ਼੍ਰੋਮਣੀ ਕਮੇਟੀ ਦਾ ਜਿਹੜਾ ਸਟੈਂਡ ਬਣਦਾ ਸੀ, ਅੱਜ ਮਤਲਬ ਇੱਕ ਪੀੜਤ ਧਿਰ ਨੂੰ ਮਤਲਬ ਫਿਰ ਰੋਣਾ ਪੈ ਰਿਹਾ ਰੋੜਾਂ ਤੇ ਆ ਕੇ। ਸਿੱਖਾਂ ਦੀ ਸਰਮੌਰ ਸੰਸਥਾ ਸੀ, ਉਹਨਾਂ ਨੂੰ ਆਉਣਾ ਚਾਹੀਦਾ। ਸੋ ਉਹਨਾਂ ਨੇ ਆਪਦਾ ਮਤਲਬ ਉਸ ਟਾਈਮ ਦਾ ਜੋ ਉਹਨਾਂ ਦਾ ਹੋਇਆ, ਉਹਨਾਂ ਨੇ ਆਪਣਾ ਮੰਨਿਆ ਵੀ ਕਿ ਸਾਡੀ ਗਲਤੀ ਹੈ, ਸਾਡੀ ਕਮੀ ਹੈ। ਤੇ ਸਾਨੂੰ ਕਹਿ ਕੇ ਵੀ ਗਏ ਆ ਕਿ ਅੱਗੇ ਤੋਂ ਅਸੀਂ ਨਾਲ ਆ, ਜੋ ਵੀ ਪ੍ਰੋਗਰਾਮ ਹੋਊਗਾ ਤੇ ਮਤਲਬ ਪਹਿਲ ਦੇ ਆਧਾਰ ਤੇ ਅਸੀਂ ਤੁਹਾਡਾ ਸਾਥ ਆ ਤੇ ਤੁਹਾਡੇ ਨਾਲ ਵੀ ਰਵਾਂਗੇ, ਜਿਹੜੇ ਕੇਸਾਂ ਦੇ ਵਿੱਚ ਅਸੀਂ ਤੁਹਾਡਾ ਸਹਿਯੋਗ ਕਰਾਂਗੇ। ਸੁਖਰਾਜ ਸਿੰਘ ਜੀ, ਮੰਨ ਲਓ ਤੁਹਾਨੂੰ ਨਹੀਂ ਲੱਗਦਾ ਕਿ ਅੱਜ ਅਕਾਲ ਤਖਤ ਦੇ ਜਥੇਦਾਰ ਇੱਥੇ ਆ ਕੇ ਤੁਹਾਡੇ ਨਾਲ ਬੈਠ ਜਾਣ ਤੇ ਇਹ ਮਸਲਾ ਹੱਲ ਹੁੰਦਿਆਂ ਬਹੁਤੀ ਦੇਰ ਨਹੀਂ ਲੱਗਣੀ? ਬਿਲਕੁਲ ਜੀ, ਨਹੀਂ ਲੱਗਣੀ। ਫਿਰ ਕਿਉਂ ਨਹੀਂ ਆ ਰਹੇ? ਉਹ ਦੇਖੋ ਕੁਛ ਜਿਹੜਾ ਉਹ ਪਹਿਲਾਂ ਆਪਾਂ ਗੱਲ ਕਰ ਚੁੱਕੇ ਨਾ ਵੀ ਇੱਕ ਮਤਲਬ ਕਾਣਾਪਣ ਲਾ ਲਓ, ਝੰਡੇ ਡੰਡੇ ਵਾਲਾ ਜਿਹੜਾ, ਉਹ ਕਿਤੇ ਨਾ ਕਿਤੇ ਜਥੇਦਾਰੀ ਵੀ ਉਹਦੀ ਮਤਲਬ ਕਲਾਵੇ ਚਾਈ ਹੋਈ ਹੈ। ਜੇ ਜਥੇਦਾਰ ਨਰੋਲ ਹੋ ਕੇ ਚੱਲੂਗਾ, ਮੈਂ ਤਾਂ ਹਜੇ ਵੀ ਕਹਿੰਦਾ ਵੀ ਆ ਜਾਣ ਤਾਂ ਕੋਈ ਚੱਕਰ ਨਹੀਂ। ਸਾਡੇ ਕੋਲੇ ਕੇਟਰ ਪਿਆ। ਜੇ ਆਪਾਂ ਸ਼੍ਰੋਮਣੀ ਕਮੇਟੀ ਦੀ ਗੱਲ ਕਰਦੇ ਹਾਂ, ਸਾਡਾ ਪੰਜਾਬ ਦੇ ਵਿੱਚ ਕਿੰਨੇ ਗੁਰਦੁਆਰੇ ਆ, ਹਰ ਇੱਕ ਦੇ ਵਿੱਚ 10-10 ਮੁਲਾਜ਼ਮ ਕੰਮ ਕਰਦੇ ਆ। ਤੇ ਜੇ ਅਸੀਂ ਆਪਦੀ ਮਤਲਬ ਉਸ ਤਰੀਕੇ ਨਾਲ ਜੇ ਆਪਾਂ ਵੋਟ ਹੀ ਕੱਢ ਕੇ ਦੇਖ ਲਈਏ ਉਹ ਸਿੱਖਾਂ ਵਾਲੀ, ਤੇ ਜੋ ਧਰਨੇ ਤੇ ਬਹਿ ਜੂਗੀ ਤੇ ਕੀ ਨਹੀਂ ਹੱਲ ਹੋ ਸਕਦਾ? ਸਾਡਾ ਏਕਾ, ਸਰਕਾਰ ਜਿਹੜੀ ਮਰਜ਼ੀ ਹੋਵੇ ਅਸੀਂ ਸਭ ਕੁਝ ਕਰਾ ਸਕਦੇ, ਉਹ 'ਚ ਮਤਲਬ ਜਾਇਜ਼ਤੀ ਜਿਹੜਾ ਸਹੀ ਹੋਊਗਾ ਉਹ ਕਰਾ ਸਕਦੇ ਆ। ਆਪਾਂ ਇਹ ਵੀ ਨਹੀਂ ਕਹਿੰਦੇ ਵੀ ਅਸੀਂ ਏਕਾ ਹੀ ਉਹ ਚੀਜ਼ ਨੂੰ ਕਰਗੇ ਵੀ ਗਲਤ ਹੋਵੇ, ਫਲਾਣੇ ਬੰਦੇ ਨੂੰ ਟੰਗ ਦਿਓ, ਗਲਤ ਇਹ ਨਹੀਂ ਆ। ਸਹੀ ਲਈ ਏਕਾ ਕਰਗੇ ਆਪਾਂ, ਤੇ ਉਹਦੇ ਲਈ ਜਥੇਦਾਰ ਦਾ ਪਹਿਲਾ ਫਰਜ਼ ਬਣਦਾ। ਸਾਡੇ 5 ਤਖਤ ਆ, 5 ਤਖਤਾਂ ਦੇ ਜਥੇਦਾਰ ਆ ਕੇ ਬਹਿ ਜਾਣ, ਕੀ ਮਜਾਲਾ ਸਰਕਾਰ ਪਾਸੇ ਉੱਡ ਜੂਗੀ। ਤੁਹਾਨੂੰ ਲੱਗਦਾ ਕਿ ਜਿਹੜੇ ਹੁਣ ਆਪਾਂ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਵੀ ਗੱਲ ਕੀਤੀ ਆ, ਨਾ ਕੁਝ ਕਰਨਾ, ਕਿਉਂਕਿ ਇਹਦੇ ਪਿੱਛੇ ਜਿਹੜੀਆਂ ਬੇਅਦਬੀ ਦੀਆਂ ਘਟਨਾਵਾਂ ਸੀ ਉਹ ਪੋਲੀਟੀਕਲ ਹੱਥ ਜਿਹੜੇ ਉਹ ਨਿਕਲਦੇ ਆ, ਇੱਕ ਦੂਜੇ ਨੂੰ ਬਚਾਉਣ ਦੇ ਯਤਨਾਂ ਦੇ ਕਰਕੇ ਹੀ ਇਹਦਾ ਇਨਸਾਫ ਨਹੀਂ ਮਿਲ ਰਿਹਾ। ਬਿਲਕੁਲ ਇਹਨਾਂ ਦੀ ਆਪਦੀ ਭਾਈਵਾਲਤਾ ਜਿਹੜੀ ਉਹਨਾਂ ਨਾਲ, ਉਹਨਾਂ ਦਾ ਦਰਦ ਹੈ। ਜੇ ਕੈਪਟਨ ਅਮਰਿੰਦਰ ਸਿੰਘ ਦੀ ਗੱਲ ਕਰਦੇ ਆ, ਉਹਨਾਂ ਦੀ ਪਾਰਟੀ ਨੂੰ ਬਿਲੋਂਗ ਕਰਦੇ ਸੀ, ਚਲੋ ਵੱਖਰੀ ਗੱਲ ਆ ਕਿ ਇਹਨਾਂ ਨੇ ਇੱਕ ਰਾਜਨੀਤਿਕ ਮੁੱਦਾ ਬਣਾ ਕੇ ਉਹਨੂੰ ਪਾਸੇ ਕਰਤਾ, ਬਾਕੀ 17 ਵੀ ਉਹਦੇ 'ਚ ਹੀ 117 ਵੀ। ਜੇ ਇਹਨਾਂ ਦੇ 60-65 ਜਾਂ ਜਿੰਨੇ ਵੀ 70 ਜਿੱਤ ਕੇ ਗਏ ਆ ਤਾਂ ਉਹ ਵੀ ਅਕਸਰ ਉਸੇ ਪਾਰਟੀ ਨੂੰ ਬਿਲੋਂਗ ਕਰਦੇ ਸੀ। ਕੱਲੇ ਕੈਪਟਨ ਨੂੰ ਵੋਟਾਂ ਤਾਂ ਨਹੀਂ ਨਾ ਪਈਆਂ ਸੀ ਪੰਜਾਬ 'ਚ ਵੀ ਉਹਨੂੰ ਜਿਤਾ ਦਿਓ ਤੇ ਸਰਕਾਰ ਬਣ ਗਈ ਜਾਂ ਕੈਪਟਨ ਕੱਲਾ ਇਨਸਾਫ ਲੈ ਦੂ। ਉਹਦੀ ਪਾਰਟੀ ਅਪ ਕੀਤੀ ਸੀ ਪੰਜਾਬ ਦੇ ਲੋਕਾਂ ਨੇ, ਉਹਦੀ ਪਾਰਟੀ ਜਿਤਾਈ ਆ, ਫਿਰ ਜਾ ਕੇ ਉਹ ਕੀਤਾ। ਤੇ ਉਸੇ ਪਾਰਟੀ ਨੂੰ ਬਿਲੋਂਗ ਕਰਦੇ ਧਰਮਸੋਤ ਜਿਹੜਾ ਪਰਸੋਂ ਚੌਥੇ ਦੇ ਡੇਰੇ 'ਚ ਜਾ ਕੇ ਆਇਆ, ਬੀਜੇਪੀ ਦੇ ਬੰਦੇ ਜਾ ਕੇ ਆਇਆ। ਸੋ ਇਹ ਸਾਨੂੰ ਆਪ ਦੇਖਣਾ ਪਊਗਾ। ਮੈਂ ਸਮਝਦਾ ਉਹਨਾਂ ਦਾ ਪਿੰਡ ਪੱਧਰ ਤੇ ਬਾਈਕਾਟ ਹੋਣਾ ਚਾਹੀਦਾ, ਕਿਉਂਕਿ ਇੱਕ ਦੋਸ਼ੀ ਧਿਰ ਹੈ, ਉਹ ਦੋਸ਼ੀਆਂ ਦੀ ਕਤਾਰ 'ਚ ਨਹੀਂ ਹੈ, ਦੋਸ਼ੀ ਹੈ। ਇੱਕ ਤਾਂ ਹੁੰਦਾ ਨਾ ਬੰਦੇ ਤੇ ਇਲਜ਼ਾਮ ਲੱਗਣਾ, ਇਲਜ਼ਾਮ ਨਹੀਂ ਆ, ਸਾਬਤ ਹੋ ਚੁੱਕਿਆ। ਕਿਉਂਕਿ ਸਾਡੇ ਡੇਰਾ ਪ੍ਰੇਮੀ ਜਿਹੜੇ ਇੱਥੋਂ ਦੇ ਆ, ਬਹਿਵਲ ਬਗਰਾੜੀ ਦੇ ਵਿੱਚ ਬੇਅਦਬੀ ਕਰਨ ਵਾਲੇ, ਸਿੱਖਾਂ ਵਾਲੇ ਤੋਂ, ਬੁਰਜ ਜਵਾਹਰ ਸਿੰਘ ਵਾਲੇ ਤੋਂ,
ਕੋਟਕਪੂਰੇ ਤੋਂ, ਡੱਗੋ ਰਮਾਣੇ ਤੋਂ, ਇਹ ਸਾਰੇ ਬੰਦੇ ਦੋਸ਼ੀ ਪਾਏ ਗਏ ਆ। ਤੇ ਕਹਿਣਾ ਕੀ ਆ 5 ਮੈਂਬਰੀ ਕਮੇਟੀ ਦਾ ਕਹਿਣ ਤੈਨੂੰ ਕੀਤਾ। ਉਹ 5 ਮੈਂਬਰੀ ਜਿਹੜਾ ਅਦਾਲਤਾਂ ਦੇ ਵਿੱਚੋਂ ਭਗੌੜਾ ਕਰਾਰ ਦਿੱਤੇ ਆ ਤੇ ਬੀਜੇਪੀ ਦੇ ਨਾਲ ਬਹਿੰਦੇ ਆ, ਜਿਹੜੇ ਅਦਾਲਤਾਂ ਨੂੰ ਮਿਲਦੇ ਨਹੀਂ ਤੇ ਬੀਜੇਪੀ ਦੇ ਮੰਤਰੀਆਂ ਦੇ ਨਾਲ ਉਹਨਾਂ ਦੀਆਂ ਵੀਡੀਓ ਵਾਇਰਲ ਹੁੰਦੀਆਂ, ਫੋਟੋ ਵਾਇਰਲ ਹੁੰਦੀਆਂ। ਸੋ ਇੱਥੇ ਸਿਸਟਮ ਹੀ ਕਰਪਟ ਆ। ਸਾਨੂੰ ਇੱਕ ਇੰਨੀ ਕੁ ਯੂਨਿਟੀ ਬਣਾਉਣੀ ਪਊਗੀ, ਜੇ ਸਾਡੇ ਨਾਲ ਧੱਕਾ ਹੁੰਦਾ ਤਾਂ ਸਾਡਾ ਏਕਾ ਉੱਥੇ ਕੰਮ ਦੇਊਗਾ। ਜੇ ਗੁਰੂ ਦੀ ਬੇਅਦਬੀ ਅੱਜ ਇਹ ਨਹੀਂ ਆ ਇਕੱਲੇ ਸਿੱਖਾਂ ਦੀ ਹੋਈ ਆ, ਸਖਰਾਜ ਦਾ ਬਾਪ ਗਿਆ, ਬੇਅਦਬੀ ਵੱਧ ਗਈ, ਕੱਲ ਨੂੰ ਪਤਾ ਨਹੀਂ ਕਿੰਨੇ ਕੁ ਸਖਰਾਜ ਵਰਗਿਆਂ ਦੇ, ਕਿੰਨੇ ਕੁ ਕ੍ਰਿਸ਼ਨ ਭਗਵਾਨ ਵਰਗੇ ਜਾਣਗੇ, ਕਿੰਨੇ ਕੁ ਗੁਰਜੀਤ ਸਿੰਘ ਸਰਾਵਾਂ ਵਰਗੇ ਜਾਣਗੇ। ਸੋ ਉਸੇ ਗੱਲ ਕਰਕੇ ਅਸੀਂ ਧਰਮ ਦੇ ਨਾਂ ਤੇ ਤਾਂ ਏਕਾ ਕਰ ਸਕਦੇ ਹਾਂ ਨਾ। ਸੋ ਮੇਰੀ ਤੁਹਾਡੇ ਮਾਧਿਅਮ ਰਾਹੀਂ ਤੁਹਾਡੇ ਨਾਲ ਮਤਲਬ ਇੰਨੀ ਕੁ ਇਹੀ ਰਿਕੁਐਸਟ ਆ ਪੰਜਾਬ ਦੇ ਲੋਕਾਂ ਨੂੰ, ਕੋਈ ਨਿੱਜ ਸਵਾਰਥ ਨਹੀਂ ਆ। ਸਖਰਾਜ ਸਿੰਘ ਦਾ ਕੋਈ ਇੱਥੇ ਬੈਠਣਾ ਜਾਂ ਗੁਰਜੀਤ ਸਿੰਘ ਦੇ ਫਾਦਰ ਦਾ ਇੱਥੇ ਬੈਠਣਾ ਕੋਈ ਨਿੱਜ ਸਵਾਰਥ ਨਹੀਂ ਹੈ। ਗੁਰੂ ਸਾਹਿਬ ਦੀ ਬੇਅਦਬੀ ਆ, ਗੁੰਡਾ ਟਾਈਪ ਪੁਲਿਸ ਵਾਲਿਆਂ ਤੇ ਕਾਰਵਾਈ ਦੀ ਗੱਲ ਆ ਜਿਹੜੀ ਹੋਣੀ ਚਾਹੀਦੀ ਹੈ। ਜਿਹੜਾ ਜੇ ਪੰਜਾਬ ਦੇ ਨਾਲ ਧੱਕਾ ਪਹਿਲਾਂ ਤੋਂ ਹੁੰਦਾ ਹੈ, ਜੇ ਅਸੀਂ ਉਦੋਂ ਇਕੱਠੇ ਨਹੀਂ ਹੋਏ ਤਾਂ ਅੱਜ ਤੱਕ ਸਾਨੂੰ ਮਾਰਾਂ ਪੈ ਰਹੀਆਂ, ਤੇ ਜੇ ਅੱਜ ਅਸੀਂ ਇਕੱਠੇ ਹੋਵਾਂਗੇ ਤਾਂ ਆਉਣ ਵਾਲੀਆਂ ਨਸਲਾਂ ਨੂੰ ਅਸੀਂ ਬਚਾ ਸਕਾਂਗੇ। ਕਿਉਂਕਿ ਜੇ ਹਮਲੇ ਸਾਡੇ ਸਿੱਖੀ ਦੇ ਧੁਰੇ ਤੇ ਪਹੁੰਚ ਗਿਆ ਤਾਂ ਕਦੇ ਤੁਸੀਂ ਦੇਖਿਆ ਸੀਗਾ, ਅੱਜ ਮੈਂ ਤਾਂ ਆਪਦੀ ਜ਼ਿੰਦਗੀ 'ਚ ਇਦੋਂ ਪਹਿਲਾਂ ਕਦੇ ਦੇਖਿਆ ਨਹੀਂ ਸੀਗਾ ਵੀ ਗੁਰੂ ਘਰ ਦੇ ਦਰਵਾਜ਼ਾ ਵੀ ਹੋਵੇ। ਮਤਲਬ ਅੱਜ ਤੋਂ 10 ਸਾਲ ਪਿੱਛੇ ਜਾ ਵੜ ਗਏ ਆਪਾਂ। ਅੱਜ ਸੀਸੀਟੀਵੀ ਕੈਮਰੇ ਕੋਲ ਅੱਜ ਸੀਸੀਟੀਵੀ ਤੇ ਗੁਰਦੁਆਰੇ ਦੇ ਵਿੱਚ 3-3 ਜਿੰਦੇ, ਸੱਚਖੰਡ ਨੂੰ ਅੱਡ, ਜਿੱਥੇ ਪ੍ਰਕਾਸ਼ ਹੁੰਦਾ ਉੱਥੇ ਅੱਡ, ਮੇਨ ਗੇਟ ਨੂੰ ਅੱਡ ਤੇ ਫਿਰ ਵੱਡੇ ਨੂੰ ਅੱਡ। ਤੇ ਕਈ ਵਾਰੀ ਤਾਂ ਇਹ ਵੀ ਆ ਕਿ ਬੰਦੇ ਦੀਆਂ ਡਿਊਟੀਆਂ ਲਾਉਣੀਆਂ ਪੈ ਰਹੀਆਂ। ਅਸੀਂ ਇੰਨੇ ਮਾੜੇ ਹੋ ਗਏ, ਅਸੀਂ ਇੱਕ ਬੇਅਦਬੀ ਕਰਨ ਵਾਲੀ ਧਿਰ ਨੂੰ ਹੀ ਮਤਲਬ ਜਾਂ ਇੰਨਾ ਕੁ ਦੋਸ਼ੀਆਂ ਨੂੰ ਸਖਤ ਸਜ਼ਾਵਾਂ ਨਹੀਂ ਦਿਵਾ ਸਕੇ। ਸਾਡਾ ਕਾਨੂੰਨ ਇੰਨਾ ਮਾੜਾ ਕਰਤਾ ਪੰਜਾਬ ਦੇ ਲੋਕਾਂ ਦਾ, ਜਾਂ ਸਿੱਖ ਧਰਮ ਦੇ ਲਈ ਜਾਂ ਕਿਸੇ ਵੀ ਧਰਮ ਦੀ ਬੇਅਦਬੀ ਲਈ 295 ਲਾ ਦਿਓ, 3 ਮਹੀਨਿਆਂ 'ਚ ਬੰਦਾ ਬਾਹਰ ਆ ਜਾਂਦਾ। ਜੇ ਫੜਿਆ ਗਿਆ ਤਾਂ 3 ਮਹੀਨਿਆਂ 'ਚ ਬਾਹਰ ਆ, ਜੇ ਨਹੀਂ ਫੜਿਆ ਗਿਆ, ਜੇ ਫੜਿਆ ਵੀ ਗਿਆ ਤਾਂ ਉਸ ਦਾ ਥਾਣੇ 'ਚੋਂ ਮੰਦਬੁੱਧੀ ਕਹਿ ਕੇ ਬਾਹਰ ਕੱਢ ਦੇਣ। ਇੱਕ ਬੰਦਾ ਲੁਧਿਆਣੋਂ ਚੱਲ ਕੇ ਤਖ਼ਤ ਸਾਹਿਬ ਤੇ ਬੇਅਦਬੀ ਕਰਨ ਪਹੁੰਚ ਜਾਂਦਾ, ਉਹਦੀ ਗੱਡੀ ਦੀ ਟੱਕਰ ਨਹੀਂ ਹੁੰਦੀ, ਨੋਵਾ ਗੱਡੀ ਚਲਾ ਕੇ ਲੈ ਕੇ ਜਾਂਦਾ, ਉੱਥੇ ਜਦੋਂ ਫੜ ਲੈਂਦੇ ਉਹਨੂੰ ਮੰਦਬੁੱਧੀ ਕਰਾਰ ਦਿੱਤਾ ਜਾਂਦਾ। ਤੇ ਜੇ ਸਿੱਖ ਬੰਦੇ ਮਾਰਨ ਤਾਂ ਫਿਰ ਹੋਰ ਕੀ ਕਰਨ। ਸੁਖਰਾਜ ਸਿੰਘ, ਜਦੋਂ ਇਹ ਜਿਹੜੀ ਬੈਲਟ ਆ ਜਿਹੜੀ ਇਹ ਮਾਲਵੇ ਦੀ, ਇਹ ਪੰਥਕ ਬੈਲਟ ਦੇ ਤੌਰ ਦੇ ਉੱਤੇ ਵੀ ਜਾਣੀ ਜਾਂਦੀ ਹੈ, ਇਸੇ ਕਰਕੇ ਇਹਨੂੰ ਟਾਰਗੇਟ ਵੀ ਉਦੋਂ ਕੀਤਾ ਗਿਆ। ਹੁਣ ਜਦੋਂ ਇਲੈਕਸ਼ਨਾਂ ਆ ਗਈਆਂ, ਐਤਕੀ ਤਾਂ ਪਾਰਟੀਆਂ ਦਾ ਕੜਮੱਸ ਪਿਆ ਹੋਇਆ, ਬਹੁਤ ਪਾਰਟੀਆਂ ਆ ਗਈਆਂ, ਉਹਨਾਂ ਸਾਰਿਆਂ ਦੇ ਕੈਂਡੀਡੇਟ ਆਉਣੇ ਆ। ਕੀ ਤੁਸੀਂ ਕੁਝ ਇਸ ਤਰ੍ਹਾਂ ਦਾ ਪ੍ਰੈਸ਼ਰ ਬਿਲਡ ਕਰ ਰਹੇ ਹੋ ਕਿ ਉਹ ਕੈਂਡੀਡੇਟ ਇੱਕ ਤਾਂ ਇੱਥੇ ਆਉਣ ਔਰ ਇਹਨੂੰ ਮੁੱਦਾ ਬਣਾਉਣ ਦੁਬਾਰਾ ਫਿਰ? ਬਿਲਕੁਲ, ਇਹਨੂੰ ਮੁੱਦਾ ਵੀ ਜਿਹੜਾ ਦੇਖੋ ਸਿਆਸੀ ਮੁੱਦਾ ਨਹੀਂ ਕਹਿ ਸਕਦੇ, ਇਹਨੂੰ ਇੱਕ ਸੰਜੀਦਗੀ ਨਾਲ ਲੈਣ ਵਾਲਾ ਜਿਹੜਾ ਇੱਕ ਸਾਡਾ ਕਨਸੈਪਟ ਬਣੇ, ਬੇਅਦਬੀ ਹੋਵੇ ਨਾ। ਜਿਹੜਾ ਲੀਡਰ ਆਊਗਾ ਉਹ ਤੋਂ ਲਿਖ ਕੇ ਲਵਾਂਗੇ। ਇਨ ਕੇਸ ਮੰਨ ਲਓ ਕੋਈ ਵੀ ਆਉਂਦਾ ਅਗਲਾ ਕਹੇ ਅਸੀਂ ਹੋਂਦ ਚ ਆਵਾਂਗੇ ਫਿਰ ਕਰਾਂਗੇ, ਕੋਈ ਗੱਲ ਨਹੀਂ, ਐਫੀਡੇਵਿਟ ਦੇ ਜਾ, ਹੋਂਦ ਚ ਆ ਗਿਆ ਤੇਰਾ ਐਫੀਡੇਵਿਟ ਸਾਡੇ ਕੰਮ ਆਊਗਾ। ਤੇ ਤੂੰ ਨਹੀਂ ਮਤਲਬ ਸਰਕਾਰ ਚ ਆਇਆ ਤਾਂ ਤੇਰਾ ਐਫੀਡੇਵਿਟ ਤੇਰੇ ਕੰਮ ਆ, ਤੇ ਤੈਨੂੰ ਅਸੀਂ ਤੇਰਾ ਐਫੀਡੇਵਿਟ ਦੇ ਦਾਂਗੇ, ਪਰ ਐਤਕੀ ਲਿਖ ਕੇ ਲੈਣਾ। ਤੇ ਉਹ ਲੋਕਾਂ ਦੇ ਵਿੱਚ ਗੱਲਾਂ ਜਾਣੀਆਂ। ਤੇ ਮੈਂ ਸਮਝਦਾ ਪੰਜਾਬ ਦੇ ਲੋਕਾਂ ਨੂੰ ਸਵਾਲ ਕਰਨੇ ਬਣਨੇ ਆ ਚਾਹੀਦੇ, ਜਿਹੜੇ ਪਹਿਲਾਂ ਇਸ ਮੁੱਦੇ ਨੂੰ ਲੈ ਕੇ ਸਿਆਸਤ ਹੰਢਾ ਚੁੱਕੇ ਆ। 5 ਸਾਲ ਜਿਨ੍ਹਾਂ ਨੇ ਇਸ ਮੁੱਦੇ ਦੇ ਨਾਂ ਤੇ ਸਿਆਸਤ ਕੀਤੀ, ਰੋਟੀਆਂ ਸੇਕੀਆਂ, ਆਪਦੀਆਂ ਘਰ ਭਰੇ ਆ ਪੈਸੇ ਨਾਲ, ਸਿਰਫ ਕਿਉਂਕਿ ਉਹ ਪੈਸੇ ਨਾਲ, ਮੈਂ ਤਾਂ ਕਹਿ ਰਿਹਾ, ਇਸ ਮੁੱਦੇ ਨੂੰ ਲੈ ਕੇ ਹੋਂਦ ਚਾਹੇ ਉਹਨਾਂ ਦੇ ਕਾਰੋਬਾਰ ਚੱਲੇ, ਕੁਰਸੀਆਂ ਕੰਮ ਕੀਤੀਆਂ, ਘੰਟਿਆਂ ਬੱਧੀ ਪਾਵਰਾਂ ਮੰਗਣ ਵਾਲਿਆਂ ਨੂੰ ਮਹੀਨਿਆਂ ਬੱਧੀ ਪਾਵਰਾਂ ਮਿਲੀਆਂ, ਸਿਰਫ ਗੁਰੂ ਸਾਹਿਬ ਦੇ ਨਾਂ ਕਰਕੇ। ਸੋ ਅੱਜ ਉਹਨਾਂ ਨੂੰ ਸਵਾਲ ਕਰਨਾ ਸਾਡਾ ਫਰਜ਼ ਆ ਕਿ ਭਾਈ ਤੂੰ ਵੋਟਾਂ ਲਈਆਂ ਸੀ, ਤੈਨੂੰ ਬਣਾਇਆ ਸੀ, ਤੂੰ ਇਸ ਤੇ ਕੀ ਸਟੇਟਮੈਂਟ ਦਿੱਤੀ? ਉਹ ਤਾਂ ਫਿਰ ਬਰਗਾੜੀ ਦੇ ਉੱਤੇ ਜਦੋਂ ਸਟੇਜ ਦੇ ਉੱਤੇ ਆ ਕੇ ਵਾਅਦਾ ਕਰਕੇ ਗਏ ਵੀ ਇਹ ਤਾਂ ਹੋ ਗਿਆ ਮਸਲਾ ਹੱਲ, ਫਿਰ ਇਹ ਤਾਂ ਉਹ ਵੀ ਆ ਜਾਂਦੇ ਆ। ਦੇਖੋ ਜੀ, ਉਹ ਗੱਲ ਤਾਂ ਉਹੀ ਆ ਗਈ ਨਾ, ਸਾਰੇ ਆਉਣਗੇ ਜਿਹੜੇ ਵਾਅਦਾ ਕਰਕੇ ਗਏ ਉਹਨਾਂ ਨੂੰ ਸਵਾਲ ਪੁੱਛੋ ਨਾ। ਉਹ ਲੋਕ ਇੰਨੇ ਮਾੜੇ ਹੋ ਗਏ ਯਾਰ, ਗੁਰੂ ਸਾਹਿਬ ਦੇ ਨਾਂ ਤੇ ਸਿਆਸਤ ਹੋਵੇ ਤੇ ਅੱਜ ਫਿਰ ਤੁਸੀਂ ਉਹਨੂੰ ਕੁਰਸੀ ਤੇ ਬਿਠਾਓ, ਤੁਹਾਨੂੰ ਹੋਰ ਬੰਦਾ ਨਹੀਂ ਮਿਲਦਾ। ਗੱਲ ਇੱਥੇ ਇਹ ਨਹੀਂ ਕਹਿ ਸਕਦੇ ਆਪਾਂ ਵੀ ਇਹ ਸਾਰੀ ਚੰਗੇ ਆ ਯਾਰ, ਇਹ ਜਿਹੜਾ ਘੱਟ ਮਾੜਾ ਉਹਨੂੰ ਬਣਾ ਲਓ। ਮਾੜੇ ਤਾਂ ਹੈਗੇ ਆ ਜਦੋਂ ਲੈਣ ਹੀ ਆ ਜਾਂਦੀ ਆ, ਪਰ ਐ ਆ ਵੀ ਆਪਾਂ ਉਹ ਤੋਂ ਆਪਣਾ ਕੰਮ ਲੈਣ ਲਈ ਉੱਤੇ ਇੱਕ ਪ੍ਰੈਸ਼ਰ ਬਿਲਡ ਤਾਂ ਕਰ ਸਕਦੇ ਆ। ਇਹਨਾਂ ਨੂੰ ਥੱਪੜ ਮਾਰਨਾ, ਜੁੱਤੀ ਸਿੱਟਣਾ, ਗਲਾਂ 'ਚ ਹਾਰ ਪਾਉਣਾ ਜੁੱਤੀਆਂ ਦੇ, ਇਹ ਕੋਈ ਵੱਡੀ ਉਹ ਨਹੀਂ ਹੁੰਦੀ। ਸਵਾਲ ਪੁੱਛਣਾ ਉਦੋਂ ਵੱਡਾ ਇਹਨਾਂ ਵਾਸਤੇ। ਜਦੋਂ 500 ਬੰਦੇ 'ਚ ਬਹਿ ਕੇ ਆਪਦੀਆਂ ਵਾਹਵਾ ਗਣਾਉਂਦੇ ਆ ਨਾ, ਫੂਕੀਆਂ ਵਾਹਵਾ ਕਰਦੇ ਆ, ਉਦੋਂ ਇੱਕ ਸਵਾਲ ਪੁੱਛ ਲਓ, ਭਾਈ ਉੱਤੇ ਕੀ ਕੀਤਾ? ਉਹ ਸਾਰੇ ਮਿੱਟੀ ਆ। ਇਹ ਸਾਡਾ ਫਰਜ਼ ਆ, ਜਿੰਨਾ ਟਾਈਮ ਅਸੀਂ ਪੁੱਛਣ ਨਹੀਂ ਲੱਗਦੇ ਉਹਨਾਂ ਟਾਈਮ ਅਸੀਂ ਕਾਮਯਾਬ ਨਹੀਂ ਹੋਵਾਂਗੇ। ਉਹਨਾਂ ਟਾਈਮ ਸਾਡੇ ਚਪੇੜੇ ਪੈਣਗੇ, ਪੈਂਦੇ ਆ ਤੇ ਪੈਂਦੇ ਆਏ ਤੇ ਪੈਂਦੇ ਰਹਿਣਗੇ, ਜੇ ਉਹਨਾਂ ਟਾਈਮ ਅਸੀਂ ਆਪ ਖੁਦ ਨਹੀਂ ਜਾਗਦੇ। ਕੀ ਸਹਿਯੋਗ ਆ ਬਾਕੀ ਜਥੇਬੰਦੀਆਂ ਦਾ, ਪੰਜਾਬ ਦੇ ਲੋਕਾਂ ਦਾ, ਸਿੱਖ ਸੰਗਤਾਂ ਦਾ, ਜਿਨ੍ਹਾਂ ਨੂੰ ਬੇਅਦਬੀ ਦਾ ਦਰਦ ਆ, ਉਹਨਾਂ ਦਾ ਪੂਰਾ ਸਹਿਯੋਗ ਆ। ਤੇ ਲੋਕਾਂ ਦੀ ਮੰਗ ਵੀ, ਅੱਜ ਮਹੀਨਾ ਹੋ ਗਿਆ, ਅੱਜ 31ਵਾਂ ਦਿਨ ਹੈ, ਤੇ ਹਰ ਇੱਕ ਦਾ ਕਹਿਣਾ ਇਹ ਹੈ ਕਿ ਆਪਾਂ ਇਕੱਠ ਰੱਖੀਏ, ਕਿ ਆਪਣੀ ਗੱਲ ਜਾਵੇ, ਆਪਾਂ ਪ੍ਰੈਸ਼ਰ ਬਿਲਡ ਕਰੀਏ। ਸੋ ਅਸੀਂ ਮਤਲਬ 15 ਨੂੰ ਜਿਹੜਾ ਦਿੱਲੀ ਮਾਰਚ ਫਤਿਹ ਹੁੰਦਾ, 16 ਨੂੰ ਮੋਰਚਾ ਸ਼ੁਰੂ ਹੁੰਦਾ। ਪਹਿਲਾਂ ਪੈਰਲਲ ਮੋਰਚਾ ਕੋਈ ਖੜਾ ਨਹੀਂ ਕਰਨਾ ਚਾਹੁੰਦੇ ਸੀ। ਸੋ ਚੋਣਾਂ ਨਾਲ, ਚੋਣ ਕਮਿਸ਼ਨ ਨਾਲ,
ਕੋਈ ਸਾਡਾ ਸੰਬੰਧ ਨਹੀਂ, ਕੋਈ ਸਾਨੂੰ ਸਿਰਫ ਇਨਸਾਫ ਚਾਹੀਦਾ। ਅਦਾਲਤੀ ਪ੍ਰਕਿਰਿਆ ਪੂਰੀ ਹੋ ਚੁੱਕੀ ਆ, ਉਹਦੇ ਤੇ ਚਾਰਜਸ ਲੱਗਣੇ ਚਾਹੀਦੇ ਆ। ਬੇਅਦਬੀ ਦੇ ਵਿੱਚ ਡੇਰਾ ਇਨਵੋਲਵ ਆ ਤੇ ਸਰਸੇ ਵਾਲੇ ਦੀ ਗ੍ਰਿਫਤਾਰੀ, ਮਤਲਬ ਉਹਦੇ ਤੇ FIR ਵਗੈਰਾ ਸਾਰਾ ਜਿਹੜਾ ਹੋਣਾ ਚਾਹੀਦਾ। ਹਾਂ, ਅਸੀਂ ਪ੍ਰੋਗਰਾਮ ਰੱਖਦੇ ਹਾਂ, ਉਹ 'ਚ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਇਹਨਾਂ ਲੀਡਰ, ਜ਼ਰੂਰੀ ਨਹੀਂ ਹੈ ਇੱਥੇ ਆ ਕੇ ਬੈਠਣਾ, ਤੁਸੀਂ ਪਿੰਡ ਪੱਧਰ ਤੇ ਆਪਦੀਆਂ ਕਮੇਟੀਆਂ ਬਣਾਓ, ਇਹਨਾਂ ਨੂੰ ਸਵਾਲ ਕਰੋ, ਇਹਨਾਂ ਦਾ ਪਿੰਡ 'ਚ ਵੜਨਾ ਦੁੱਬਰ ਕਰੋ। ਜੇ ਇੱਕ ਆਪਾਂ ਕਾਲੇ ਝੰਡੇ ਦਿਖਾ ਕੇ ਵਿਰੋਧ ਕਰਦੇ, ਕੋਈ ਵਿਰੋਧ ਨਹੀਂ ਹੈ। ਜਦੋਂ 4 ਬੰਦੇ ਜਾ ਕੇ ਬਹਿੰਦੇ ਹੋ, ਸਵਾਲ ਪੁੱਛੋ, ਉਹ ਅਸਲ ਵਿਰੋਧ ਆ। ਗਾਲ ਨਹੀਂ ਕੱਢਣੀ, ਆਪਾਂ ਕੋਈ ਗਲਤ ਨਹੀਂ ਬੋਲਣਾ, ਸਾਰਥਿਕ ਭਾਸ਼ਾ ਦੇ ਵਿੱਚ ਸਵਾਲ ਪੁੱਛੋ ਜਿਹੜਾ ਉਹਨਾਂ ਕੋਲ ਜਵਾਬ ਹੀ ਨਹੀਂ ਹੈ। ਸੋ ਉਸੇ ਤਰ੍ਹਾਂ ਅਸੀਂ ਹੁਣ ਇੱਕ ਪ੍ਰੋਗਰਾਮ ਵੀ ਰੱਖਾਂਗੇ ਜਿਸ 'ਚ ਪੰਜਾਬ ਦੀਆਂ ਸਿੱਖ ਜਥੇਬੰਦੀਆਂ ਜਿਹੜੀਆਂ ਦਰਦ ਸਮਝਦੀਆਂ ਉਹ ਜ਼ਰੂਰ ਸਾਨੂੰ ਸਹਿਯੋਗ ਕਰ ਰਹੀਆਂ। ਕਿਸਾਨ ਯੂਨੀਅਨ ਵੀ ਆ ਕਈ ਜਿਹੜੀਆਂ ਸਹਿਯੋਗ ਕਰ ਰਹੀਆਂ, ਜਿਹੜੀਆਂ ਸਮਝਦੀਆਂ ਕਿ ਗੁਰੂ ਦੀ ਬੇਅਦਬੀ ਜਿਹੜੀ ਹੋਈ ਆ ਉਹਦਾ ਇਨਸਾਫ ਹੋਣਾ ਚਾਹੀਦਾ। ਲਾਸਟ ਜਿਹੜਾ ਇਹ ਤਾਂ ਕਿਉਂਕਿ ਦਿੱਲੀ ਦੇ ਵਿੱਚ ਬਹੁਤ ਮੋਰਚੇ ਦੇ ਵਿੱਚ ਇੱਕ ਡਗਡਗਾ ਵੱਜਿਆ ਸੀਗਾ ਕਿ ਬਗਰਾੜੀ ਵਾਲੀ ਨਹੀਂ ਕਰਾ ਕੇ ਉੱਠਣੀ। ਹਾਂ ਉਹ ਗੱਲ ਚੱਲਦੀ ਸੀ, ਉਹ ਚੱਲਦੀ ਸੀ ਨਾ ਉੱਥੇ। ਉਹ ਸਾਨੂੰ ਬਗਰਾੜੀ ਦੀ ਹਾਰ 'ਚ ਉੱਥੋਂ ਜਿੱਤ ਵੀ ਨਿਕਲੀ ਆ ਕਿਉਂਕਿ ਸਾਡੇ 'ਚ ਉੱਥੇ ਏਕਾ ਬਣਿਆ ਰਿਹਾ, ਆਗੂਆਂ ਤੇ ਗੱਲ ਨਹੀਂ ਛੱਡੀ। ਉਸੇ ਤਰ੍ਹਾਂ ਹੀ ਉਹਨਾਂ ਹੀ ਜਥੇਬੰਦੀਆਂ ਨੂੰ ਮੇਰਾ ਵੀ ਇੱਕ ਅਪੀਲ ਕਹਿ ਲਓ, ਬੇਨਤੀ ਕਹਿ ਲਓ, ਜਿਹੜੇ ਉੱਥੇ ਉਦੋਂ ਡਗਡਗੇ ਮਾਰਦੇ ਸੀ ਨਾ ਵੀ ਬਗਰਾੜੀ ਵਾਲੀ ਨਹੀਂ ਕਰਾਉਣੀ, ਹੁਣ ਤੁਸੀਂ ਦਿੱਲੀ ਜਿੱਤ ਕੇ ਆਏ ਹੋ, ਹੁਣ ਤੁਸੀਂ ਇੱਥੇ ਆ ਜਾਓ। ਹੁਣ ਤੁਸੀਂ ਬੇਅਦਬੀ ਦੇ ਨਾਂ ਤੇ ਪਹਿਲਾਂ ਤੁਸੀਂ ਵੀ ਉੱਥੇ ਏਕਾ ਬਣਾਈ ਰੱਖਿਆ, ਹੁਣ ਤੁਹਾਡਾ ਬੇਅਦਬੀ ਦੇ ਉੱਤੇ ਏਕਾ ਹੋਣਾ ਚਾਹੀਦਾ। ਕਈ ਪੋਲੀਟੀਕਲ ਹਸਤੀਆਂ ਤੁਹਾਡੇ ਕੋਲੇ ਆ ਕੇ ਗਈਆਂ ਨੇ ਪਿਛਲੇ ਇਹਨਾਂ ਸਾਲਾਂ ਦੇ ਦੌਰਾਨ, ਸੋ ਅਜੇ ਵੀ ਯਕੀਨ ਹੈਗਾ ਕਿ ਕੋਈ ਪੋਲੀਟੀਕਲ ਹਸਤੀ ਆਊਗੀ ਤੇ ਉਹਦਾ ਯਕੀਨ ਆਪਾਂ ਕਰ ਲਾਂਗੇ ਵੀ ਹਾਂ ਯਕੀਨ ਲੋਕਾਂ ਦਾ ਬਈ, ਯਕੀਨ ਆਪਾਂ ਲੋਕਾਂ ਤੇ ਕਰਨਾ ਕਿ ਲੋਕਾਂ ਦੇ ਏਕੇ 'ਚੋਂ ਪੋਲੀਟੀਕਲ ਬੰਦੇ ਦੀ ਕੀ ਹੈਸੀਅਤ ਆ। ਜੇ ਉਹ ਕੰਮ ਨਾ ਕਰੇ, ਸਾਡਾ ਏਕਾ ਹੋਵੇ ਤਾਂ ਅਸੀਂ ਕੰਮ ਕਰਾ ਸਕਦੇ ਹਾਂ। ਉਹ ਚਾਹੇ ਪਿੰਡ ਪੱਧਰ ਦਾ ਲਾ ਲਓ, ਪਿੰਡ ਦੀ ਗ੍ਰਾਂਟ ਹੀ ਕਿਉਂ ਨਾ ਹੋਵੇ। ਜੇ ਪਿੰਡ ਪੰਚਾਇਤ ਇਕੱਠੀ ਹੋ ਕੇ ਕਹਦੇ ਵੀ ਅਸੀਂ ਤੈਨੂੰ ਐਤਕੀ ਵੋਟ ਨਹੀਂ ਪਾਉਣੀ, ਤੈਨੂੰ ਪਿੰਡ 'ਚ ਨਹੀਂ ਵੜਨ ਦੇਣਾ, ਤਾਂ ਉਹ ਗ੍ਰਾਂਟ ਵੀ ਆ ਜਾਂਦੀ ਆ। ਇਹ ਤਾਂ ਫਿਰ ਸਾਡੇ ਗੁਰੂ ਦੀ ਬੇਅਦਬੀ ਦਾ ਮਸਲਾ ਤੇ ਸਾਡੇ ਪੰਜਾਬ ਨਿਵਾਸੀਆਂ ਨੂੰ ਇਕੱਠਾ ਹੋਣਾ ਪਊਗਾ। ਬਹੁਤ ਮਿਹਰਬਾਨੀ। ਔਰ ਉਮੀਦ ਕਰਦੇ ਹਾਂ ਕਿ ਜਿਹੜਾ ਇਹ, ਕਿਉਂਕਿ ਇਸ ਤਰ੍ਹਾਂ ਦੀਆਂ ਜਿਹੜੀਆਂ ਚੀਜ਼ਾਂ ਨੇ ਨਾ, ਇਹ ਜੋਸ਼ ਭਰਦੀਆਂ ਨੇ ਨਵੀਂ ਪੀੜ੍ਹੀ ਦੇ ਵਿੱਚ ਕਿ ਅਸੀਂ ਕਿੱਥੋਂ ਉੱਠੇ ਹੋਏ ਆ, ਅਸੀਂ ਕੌਣ ਆ। ਸੋ ਇਸ ਕਰਕੇ ਉਮੀਦ ਕਰਦੇ ਹਾਂ ਕਿ ਘੱਟੋ ਘੱਟ ਤੁਸੀਂ ਕੁਝ ਨਾ ਕੁਝ ਜਿਹੜੀਆਂ ਕਮਿਟਮੈਂਟਸ ਨੇ ਉਹ ਲੈ ਸਕੋਗੇ ਉਹਨਾਂ ਤੋਂ, ਜਿਹੜੇ ਦੁਬਾਰਾ ਫਿਰ ਸਰਕਾਰ ਬਣਾਉਣ ਦੇ ਵਾਸਤੇ। ਬਹੁਤ ਮਿਹਰਬਾਨੀ, ਧੰਨਵਾਦ। ਇਹ ਤਾਂ ਜੀ ਗੁਰਦਾਸ ਸਿੰਘ ਹੋਰੀ ਔਰ ਜਿਹੜੇ ਕ੍ਰਿਸ਼ਨ ਭਗਵਾਨ ਸਿੰਘ ਪੁਲਿਸ ਦੀ ਗੋਲੀ ਦੇ ਨਾਲ ਜਿਨ੍ਹਾਂ ਦੀ ਮੌਤ ਹੋਈ ਸੀ। 2 ਮੌਤਾਂ ਇਸ ਜਗ੍ਹਾ ਦੇ ਉੱਤੇ ਹੋਈਆਂ ਸਨ ਜਿੱਥੇ ਅੱਜ ਇਹ ਦੁਬਾਰਾ ਫੇਰ ਬੈਠੇ ਨੇ। ਮੈਂ ਜਿਵੇਂ ਕਿਹਾ ਸੀਗਾ ਕਿ ਜਦੋਂ 17 ਦੀਆਂ ਚੋਣਾਂ ਕਵਰ ਕਰ ਰਹੇ ਸੀ ਉਦੋਂ ਵੀ ਇਹੀ ਇਸ਼ੂ ਸੀਗੇ ਮੇਨ ਚੱਲ ਰਹੇ। ਅੱਜ ਜਦੋਂ 22 ਦੀਆਂ ਚੋਣਾਂ ਦੀ ਗੱਲ ਕਰ ਰਹੇ ਹਾਂ, ਕਵਰ ਕਰ ਰਹੇ ਹਾਂ, ਤਾਂ ਫਿਰ ਇਸ਼ੂ ਉਹੋ ਹੀ ਨੇ। ਨਾਕਾਮੀ ਕਿੱਥੇ ਹੈ? ਸਿਸਟਮ ਦੇ ਵਿੱਚ ਹੈ। ਉਹ ਸਿਸਟਮ ਕਿਵੇਂ ਸੁਧਰੂਗਾ? ਉਹ ਲੋਕੀ ਜਦੋਂ ਸਵਾਲ ਕਰਨ ਲੱਗਣਗੇ ਉਦੋਂ ਹੀ ਸੁਧਰੂਗਾ। ਬਹੁਤ ਮਿਹਰਬਾਨੀ, ਧੰਨਵਾਦ, ਸਤਿ ਸ਼੍ਰੀ ਅਕਾਲ।